ਆਓ ਗੱਲਬਾਤ ਕਰਾਈਏ ਤੁਹਾਡੀ ਗੁਰਦੀਪ ਕੌਰ ਹੋਰਾਂ ਨਾਲ, ਜਿਨ੍ਹਾਂ ਨੂੰ ਅਸੀਂ ਨਿੱਕੀ ਦੇ ਤੌਰ 'ਤੇ ਵੀ ਕਮਿਊਨਿਟੀ ਵਿੱਚ ਕਾਫੀ ਲੋਕ ਜਾਣਦੇ ਹੋਣਗੇ। ਇਹਨਾਂ ਨੇ ਪਿੱਛੇ ਜੀ ਨੋਮੀਨੇਸ਼ਨ ਵੀ ਲੜੀਆਂ ਕੰਜ਼ਰਵੇਟਿਵ ਪਾਰਟੀ ਵੱਲੋਂ, ਤੋਂ ਇੱਕ ਜਾਣੀ ਪਹਿਚਾਨੀ ਸ਼ਖਸੀਅਤ ਨੇ। ਗੁਰਦੀਪ, ਤੁਹਾਡਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਦੋਂ ਅਪੁਆਇੰਟ ਹੋਏ ਸੀਗੇ ਸਿਟੀ ਹਾਲ ਦੇ ਵਿੱਚ? ਮੈਂ ਵੈਸੇ ਤਾਂ ਪਤਾ ਹੈ ਕਿ ਤੁਸੀਂ ਡਾਇਰੈਕਟਰ ਆਫ ਕਾਰਪੋਰੇਟ ਪ੍ਰੋਜੈਕਟਸ ਪਾਲਿਸੀ ਐਂਡ ਲੈਜ਼ਨ ਤੁਹਾਡੀ ਇਹ ਪੋਸਟ ਸੀ, ਤਾਂ ਕੀ ਕੰਮ ਸੀ, ਕੀ ਜ਼ਿੰਮੇਵਾਰੀ ਸੀ ਤੁਹਾਡੀ? ਹਾਂਜੀ, my role was Director of Corporate Projects Policy and Liaison and Diversity and Inclusion, and I started with the city in December 2019, and basically a portfolio 5-6 portfolio mere under si jehde corporate project apni healthcare hoy, hospital hoya, university ਦੀ ਜਿਹੜੀ ਬਹੁਤ ਚਰਚਾ ਚੱਲ ਰਹੀ ਆ, ਉਹ ਫਾਈਲ ਵੀ ਸੀਗੀ। ਇਨ ਟ੍ਰਾਂਜ਼ਿਟ ਦਾ ਆਪਾਂ ਕਹਿੰਦੇ ਵੀ ਆਪਣੇ LRT ਬਣੇ, ਬੱਸਾਂ ਵਧਾਈਆਂ ਜਾਣ, ਇਹ ਕੋਰਪੋਰੇਟ ਪ੍ਰੋਜੈਕਟਸ ਇਨਕਲੂਡ ਕਰਦੇ। ਇੱਕ ਆਪਣਾ ਸੈਂਟਰ ਫॉर ਇਨੋਵੇਸ਼ਨ ਜਿਹੜਾ ਡਾਊਨਟਾਊਨ ਦੇ ਵਿੱਚ ਨੈਲਸਨ ਐਂਡ ਜਾਰਜ ਦੇ ਵਿੱਚ ਉਹ ਪ੍ਰੋਜੈਕਟ ਸ਼ੁਰੂ ਹੋਇਆ ਉਹਦੀਆਂ ਵੀ ਗੱਲਬਾਤ ਚੱਲ ਰਹੀਆਂ ਸੀ। ਐਂਡ ਜਿਹੜਾ ਪਾਲਿਸੀ ਦਾ ਪੋਰਟਫੋਲੀਓ ਹੈਗਾ, ਉਹ ਬੇਸਿਕਲੀ ਜਿਹੜੀ ਸਾਰੀ ਇੰਟਰਨਲ ਸਿਟੀ ਦੀ ਪਾਲਿਸੀ ਆ, ਕੋਰਪੋਰੇਟ ਪਾਲਿਸੀ, ਉਹ ਪੋਰਟਫੋਲੀਓ ਮੇਰੇ ਅੰਡਰ ਸੀ। ਐਂਡ ਜਿਹੜਾ ਲਿਆਜ਼ ਹੈ, ਉਹ ਆਪਾਂ ਗਵਰਨਮੈਂਟ ਰਿਲੇਸ਼ਨਸ ਕਹਿ ਸਕਦੇ ਹਾਂ ਵੀ, ਜਿਹੜਾ ਮਿਊਨਿਸਪਲ ਲੈਵਲ ਤੇ ਫੈਡਰਲ ਗਵਰਨਮੈਂਟ ਹੋਈ, ਪ੍ਰੋਵਿੰਸ਼ੀਅਲ ਗਵਰਨਮੈਂਟ ਹੋਈ, ਰੀਜਨਲ ਗਵਰਨਮੈਂਟ ਹੋਈ, ਲੋਕਲ ਨੇਬਰਿੰਗ ਮਿਊਨਿਸਪੈਲਿਟੀਜ਼ ਦੇ ਨਾਲ ਸਾਰੀਆਂ ਗੱਲਬਾਤ ਕਰਨੀਆਂ, ਸ਼ੇਅਰ ਕਰਨਾ ਵੀ ਕਿਵੇਂ ਆਪਾਂ ਸਾਰਿਆਂ ਨੇ ਬੈਨੀਫਿਟ ਕਰਨਾ ਤੇ ਗਰੋ ਕਰਨਾ, ਉਹ ਮੇਰਾ ਰੋਲ ਠੀਕ ਹੈ ਜੀ ਹੈਗਾ। ਅੱਛਾ, ਸਾਨੂੰ ਇਹ ਦੱਸੋ ਕਿ ਤੁਸੀਂ ਕਦੋਂ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿ ਇੱਥੇ ਸਾਰਾ ਕੁਝ ਠੀਕ ਨਹੀਂ ਹੈ? ਔਰ ਮੈਂ ਤੁਹਾਡੀ ਜਿਹੜੀ ਪੂਰੀ ਈਮੇਲ ਪੜ੍ਹੀ ਹੈ, ਉਹਦੇ 'ਚ ਮੁੱਖ ਤੌਰ ਦੇ ਉੱਤੇ ਤੁਸੀਂ ਜਿਹੜੇ ਸਿਟੀ ਦੇ CAO ਨੇ ਮਿਸਟਰ ਡੇਵਿਡ ਬੈਰਕ, ਉਹਨਾਂ ਦੇ ਉੱਤੇ ਤੁਹਾਡਾ ਬਾਰ-ਬਾਰ ਦੋਸ਼ ਲੱਗ ਰਿਹਾ ਹੈ ਕਿ ਜ਼ਿਆਦਾ ਕਰਕੇ ਪ੍ਰੋਬਲਮ ਉਹਨਾਂ ਵੱਲੋਂ ਕ੍ਰੀਏਟ ਕੀਤੀਆਂ ਹੋਈਆਂ। ਔਰ ਇਹਦੇ 'ਚ ਵੀ ਦੱਸ ਦਈਏ ਜੀ ਕਿ ਜਿਹੜੇ CAO ਨੇ ਸਿਟੀ ਦੇ ਬਰੈਂਪਟਨ ਦੇ, ਇਹ ਪਹਿਲਾਂ ਵੀ ਪਿੱਛੋਂ ਨਿਆਗਰਾ ਫਾਲ ਤੋਂ ਆਏ ਆ, ਅਤੇ ਉੱਥੇ ਵੀ ਇਹਨਾਂ 'ਤੇ ਕਈ ਤਰ੍ਹਾਂ ਦੇ ਐਲੀਗੇਸ਼ਨ ਲੱਗਦੇ ਰਹੇ ਹੈ। ਅਤੇ ਜਦੋਂ ਇਹਨਾਂ ਦੀ ਅਪੁਆਇੰਟਮੈਂਟ ਹੋਈ ਸੀ, ਉਦੋਂ ਬੜੇ ਇਸ਼ੂਜ਼ ਰੇਜ਼ ਹੋਏ ਸੀ ਮੀਡੀਆ ਵਿੱਚ ਕਿ ਐਸੇ ਵਿਅਕਤੀ ਨੂੰ ਬਾਹਰੋਂ ਕਿਉਂ ਲਿਆਂਦਾ ਗਿਆ ਹੈ, ਵਿਦਨ ਬਰੈਂਪਟਨ ਹੀ ਕਿਸੇ ਨੂੰ ਕਿਉਂ ਨਹੀਂ ਲਗਾਇਆ ਗਿਆ। ਤਾਂ ਮੰਨ ਲੈਂਦੇ ਹਾਂ ਕਿ ਕਦੀ ਕੋਈ ਬਾਹਰੋਂ ਅਹਿਮ ਕਿਸੇ ਵਿਅਕਤੀ ਨੂੰ ਲਿਆਉਣਾ ਵੀ ਪੈਂਦਾ ਹੈ, ਜਿਸ ਤਰ੍ਹਾਂ ਹੁਣ ਸਾਡੇ ਪੀਰ ਪੁਲਿਸ ਦੇ ਚੀਫ ਨੇ, ਉਹ ਮਿਲਟਨ ਤੋਂ ਆਏ ਹੈ, ਵਨਸ ਇਨ ਏ ਵਾਈਲ। ਪਰ ਇੱਕ ਤੋਂ ਬਾਅਦ ਇੱਕ ਉਹਨਾਂ ਨੇ ਫਿਰ ਜਿਹੜੀਆਂ ਭਰਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇੱਥੇ ਆ ਕੇ, ਮੋਸਟਲੀ ਵਿਅਕਤੀ ਬਾਹਰੋਂ ਹੀ ਅਪੁਆਇੰਟ ਕੀਤੇ ਗਏ ਬਰੈਂਪਟਨ ਸਿਟੀ ਦੇ ਵਿੱਚ, ਸਿਟੀ ਹਾਲ ਦੇ ਵਿੱਚ। ਇਹ ਵੀ ਮੇਰੇ ਖਿਆਲ 'ਚ ਆਪਾਂ ਜਿੱਥੇ ਨਿੱਕੀ ਨਾਲ ਗੱਲ ਕਰ ਰਹੇ ਹਾਂ, ਗੁਰਦੀਪ ਹੋਰਾਂ ਨਾਲ, ਇਹ ਵੀ ਗੱਲ ਵਿਚਾਰੀਏ ਕਿ ਕੀ ਬਰੈਂਪਟਨ ਦੇ ਵਿੱਚ ਯੋਗ ਵਿਅਕਤੀ ਨਹੀਂ ਹਨ ਕਿ ਸਿਟੀ ਨੂੰ ਸਾਰੇ ਲੋਕ, ਮੋਸਟਲੀ ਇਹ ਲੋਕ ਜਿਹੜੇ ਬਾਹਰੋਂ ਹੀ ਲਿਆਣੇ ਪੈ ਰਹੇ ਆ। ਹੁਣ ਤੁਸੀਂ ਦੱਸੋ, ਤੁਹਾਡਾ ਕੀ ਦੋਸ਼ ਸੀ ਮਿਸਟਰ ਬੈਰਕ ਦੇ ਖਿਲਾਫ? ਥੈਂਕ ਯੂ ਫॉर ਦਿਸ ਕੁਐਸਚਨ। ਮੈਂ ਤੁਹਾਨੂੰ ਪਹਿਲਾਂ ਇੱਕ, ਤੁਸੀਂ ਇਹ ਬੜਾ ਵਧੀਆ ਪੁਆਇੰਟ ਕਿਹਾ ਵੀ ਜਿਹੜਾ ਟੈਲੈਂਟ ਆਪਾਂ ਬਾਹਰੋਂ ਕਿਉਂ ਲੈ ਕੇ ਆਉਂਦੇ ਆ। ਆਪਣੀ ਸਿਟੀ 9th ਲਾਰਜੈਸਟ ਸਿਟੀ ਆ, ਇੱਥੇ ਇੰਨਾ ਲੋਕਲ ਟੈਲੈਂਟ ਆ ਨਾ, ਇਹੀ ਮੇਰਾ ਨੰਬਰ 1 ਡਰਾਈਵਿੰਗ ਫੋਰਸ ਆ ਵੀ ਜਿਹੜੇ ਇੱਥੇ ਲੋਕ ਟੈਕਸਸ ਪੇ ਕਰਦੇ ਆ, ਜਿਹੜੀ ਕਮਿਊਨਿਟੀ 2 ਗਰੁੱਪ ਇੱਥੇ ਲਾਰਜੈਸਟ ਆ, ਉੱਥੇ ਉਹਨਾਂ ਦੇ ਵਿੱਚੋਂ ਕਿਉਂ ਨਹੀਂ ਆਪਾਂ ਟੈਲੈਂਟ ਚੂਜ਼ ਕਰ ਰਹੇ? ਵਾਈ ਆਰ ਵੀ ਗੋਇੰਗ ਆਊਟਸਾਈਡ? ਦੈਟਸ ਅ ਬਿਗ ਥਿੰਗ। ਇਹ ਬੜੇ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ। ਐਜ਼ ਯੂ ਨੋ ਵੀ ਮੇਰਾ ਬੈਕਗਰਾਉਂਡ ਵੀ ਲੀਗਲ, ਆਮ ਅ ਲਾਇਰ ਬਾਈ ਪ੍ਰੋਫੈਸ਼ਨ, ਸੋ ਬਹੁਤ ਚੀਜ਼ਾਂ ਪਹਿਲਾਂ ਆਬਵੀਅਸ ਹੋ ਜਾਂਦੀਆਂ ਕਿਉਂਕਿ ਤੁਸੀਂ ਬਹੁਤ ਗੱਲਾਂ ਨੂੰ ਸਮਝਦੇ ਆ ਜਿਹੜੀਆਂ ਨੋਰਮਲੀ ਆਪਾਂ ਇੰਨੀ ਬਰੀਕੀ 'ਚ ਨਹੀਂ ਦੇਖਦੇ। ਬਟ ਚੋਇਸਿਸ 2 ਹੁੰਦੀਆਂ ਤੁਹਾਡੇ ਕੋਲ, ਤੁਸੀਂ ਇਧਰ ਵਾਕਵੇ ਕਰ ਸਕਦੇ ਆ ਐਂਡ ਉਹ ਚੀਜ਼ ਸਾਇਲੈਂਟ ਹੋ ਜੂਗੀ, ਔਰ ਤੁਸੀਂ ਅੰਦਰ ਰਹਿ ਕੇ ਉਹਨੂੰ ਕੰਪਲੀਟਲੀ ਦੇਖ ਕੇ ਉਹਨੂੰ ਐਕਸਪੋਜ਼ ਕਰ ਸਕਦੇ ਆ। ਇਹ ਇੱਥੇ ਹੋਇਆ ਵਾ ਕਿਉਂਕਿ ਪਬਲਿਕ ਸਰਵਿਸ ਦਾ ਮਤਲਬ ਹੀ ਇਹੀ ਆ ਜੀ। ਜੇ ਆਪਾਂ ਕਹਿੰਦੇ ਨਾ ਵੀ ਇਹ ਟੈਕਸ ਪੇਅਰ ਮਨੀ ਆ, ਸਾਰੀ ਕਾਰਪੋਰੇਸ਼ਨ ਟੈਕਸ ਪੇਅਰ ਮਨੀ ਤੇ ਚੱਲਦੀ ਆ, ਤੁਸੀਂ ਸਾਰੇ ਹਾਰਡ ਵਰਕ ਕਰਦੇ ਆ, ਐਂਡ ਜੇ ਤੁਹਾਡੀ ਹਾਰਡ ਵਰਕ ਮਨੀ ਦੇ ਵਾਸਤੇ ਆਈ ਥਮ ਮਾਈ ਸੈਲਫ, ਮੈਂ ਪੋਲੀਟੀਕਲੀ ਬਹੁਤ ਇਨਵੋਲਵਡ ਆ, ਉਹਦਾ ਮਤਲਬ ਕੀ ਹੋਇਆ? ਲੋਕਾਂ ਦੀ ਹੈਲਪ ਕਰਨਾ। ਜੇ ਇੰਨੀ ਵੱਡੀ ਚੀਜ਼ ਹੋ ਰਹੀ ਆ, ਉਹਨੂੰ ਤੁਸੀਂ ਕੁਛ ਕਿਹਾ ਨਹੀਂ, ਫਿਰ ਮਤਲਬ ਕੀ ਹੋਇਆ ਇਹਦਾ? what is the point of wanting to go on a platform to help people? so ਇਹ ਬੜਾ ਟਾਈਮ ਲੱਗਦਾ, ਬਟ ਇਹ ਬੜਾ ਡਿਫਰੈਂਟ ਸਟੇਜਸ ਤੇ ਚੀਜ਼ ਆਈ, ਐਂਡ ਤੇ ਆਬਵੀਅਸਲੀ ਇਹ ਹੋਇਆ। ਤੁਸੀਂ ਕਾਫੀ ਇਸ਼ੂਜ਼ ਰੇਜ਼ ਕੀਤੇ ਆ, ਉਹਨਾਂ ਵਿੱਚ ਤੁਸੀਂ ਕੁਝ ਪ੍ਰੋਜੈਕਟਸ ਦੀ ਗੱਲ ਕੀਤੀ ਹੈ। ਕੁਝ ਪ੍ਰੋਜੈਕਟਸ ਉਹਨਾਂ ਲੋਕਾਂ ਨੂੰ ਦਿੱਤੇ ਗਏ ਜਿਹੜੇ ਡਿਜ਼ਰਵ ਨਹੀਂ ਸੀ ਕਰਦੇ, ਔਰ ਬੈਕਡੋਰ ਉਹਨਾਂ ਦੀ ਐਂਟਰੀ ਕਰਵਾਈ ਗਈ। ਤੁਹਾਡੀ ਕਾਫੀ ਡਿਟੇਲ 'ਚ ਵੈਸੇ ਮੈਂ ਪੜ੍ਹੀ ਹੈ ਤੁਹਾਡੀ ਈਮੇਲ ਸਾਰੀ, ਲੇਕਿਨ ਕੁੱਲ ਮਿਲਾ ਕੇ ਜੇ ਮੈਂ ਉਹਦਾ ਸਾਰਾ ਨਤੀਜਾ ਕੱਢਣ ਦੀ ਕੋਸ਼ਿਸ਼ ਕਰਾਂ ਤਾਂ ਉਹ ਇਹੀ ਹੈ ਕਿ ਜਿਹੜੇ ਲੋਕਾਂ ਦੀ ਰਿਕਰੂਟਮੈਂਟ ਉੱਥੇ ਹੋ ਰਹੀ ਹੈ, ਜਿਹੜੀਆਂ ਅਪੁਆਇੰਟਮੈਂਟਸ ਹੋ ਰਹੀਆਂ, ਜਿਹੜੇ ਪ੍ਰੋਜੈਕਟਸ ਅਲਾਟ ਹੋ ਰਹੇ ਹੈ, ਉਹ ਕਿਤੇ ਨਾ ਕਿਤੇ ਫੇਵਰਿਟਿਜ਼ਮ ਹੋ ਰਿਹਾ। ਦਿਸ ਇਜ਼ ਵਾਟ ਯੂ ਆਰ ਅਲੈਜਿੰਗ? ਮੈਂ ਫੇਵਰਿਟਿਜ਼ਮ ਦੀ ਗੱਲ ਨਹੀਂ ਕਰ ਰਹੀ, ਮੈਂ ਐਕਚੁਅਲ ਜਿਹੜਾ ਪ੍ਰੋਜੈਕਟ ਦੀ ਗੱਲ ਕਰ ਰਹੀ ਸੀ ਨਾ, ਇਹ ਪਹਿਲੀ ਫਾਈਲ ਆ, ਮੈਨੂੰ ਪਹਿਲੇ ਦਿਨ ਦਿੱਤੀ ਗਈ।
1 ਘੰਟੇ ਦੇ ਵਿੱਚ ਇਹਦਾ ਕੰਮ ਕਿਹਾ ਸੀ ਵੀ ਇਹਨੂੰ ਸ਼ੁਰੂ ਕਰੋ, ਸੋ ਸ਼ੁਰੂ ਕਰਤਾ ਉਹ ਕੰਮ। ਐਂਡ ਉਹ ਆਬਵੀਅਸਲੀ ਪ੍ਰੋਜੈਕਟ ਲੰਬਾ ਹੁੰਦਾ, ਉਹਦੇ ਸਟੇਜਸ ਸੀਗੇ, ਉਹ ਚੀਜ਼ਾਂ ਅਨਰੈਵਲ ਹੋ ਗਈਆਂ, ਬਟ ਨਾਲ ਦੀ ਨਾਲ ਹੋਰ ਚੀਜ਼ਾਂ ਸਾਰੀਆਂ ਲਿੰਕ ਹੋ ਗਈਆਂ। ਐਂਡ ਜਿਹੜਾ ਇਹ ਪ੍ਰੋਜੈਕਟ ਦਾ ਕੰਟਰੈਕਟ ਆ, ਇਹ ਕੰਟੈਕਟ ਉਹਨਾਂ ਨੇ ਆਪ ਪ੍ਰੋਵਾਈਡ ਕੀਤਾ to contact this person to get this going, and ਇਹਦੇ ਵਿੱਚ ਬਹੁਤ ਜ਼ਿਆਦਾ ਡਿਸਕ੍ਰਿਪੈਂਸੀਜ਼ ਆ। ਜਿਹੜੀ ਉਹ ਕੰਪਨੀ ਸੀ ਉਹ ਖੁੱਲੀ ਹੋਈ ਨਹੀਂ ਸੀਗੀ, ਉਹ ਇੰਪੇਅਰਲੀ ਐਕਸਪਰਟ ਸੀ ਇਹ ਕੰਮ ਦੇ। ਜੇ ਉਹ ਐਕਸਪਰਟ ਸੀ, ਉਹਨਾਂ ਦੀ ਕੰਪਨੀ ਕਿਉਂ ਬੰਦ ਸੀ? ਬੜਾ ਹੀ ਕੁਛ ਹੈਗਾ ਵਾ, ਇੱਕ ਚੀਜ਼ ਨਹੀਂ ਹੈਗੀ। ਇਟਸ ਲਾਈਕ ਕਨੈਕਟਿੰਗ ਦ ਡਾਟਸ, ਜਿਵੇਂ ਪਜ਼ਲ ਨਹੀਂ ਹੁੰਦੀ, ਆਪਾਂ ਪਜ਼ਲ ਦੇ ਪੀਸ ਫਿੱਟ ਕਰਦੇ ਹਾਂ ਸਾਰੇ, ਇਹ ਉਹ ਵਾ। ਤੇ ਤੁਸੀਂ ਕਿਉਂਕਿ ਅੰਦਰ ਸੀ, ਤੁਸੀਂ ਕਿਉਂਕਿ ਉਸ ਪੋਜੀਸ਼ਨ ਤੇ ਸੀ, ਤੁਸੀਂ ਸਾਰਾ ਕੁਝ ਦੇਖ ਸਕਦੇ ਸੀ, ਔਰ ਇਹ ਡੈਫੀਨੇਟ ਹੈ ਕਿ ਬਹੁਤ ਕੁਝ ਹੋਰ ਵੀ ਐਸਾ ਹੋਵੇਗਾ। ਅਸੀਂ ਤੁਹਾਡੇ ਤੋਂ ਡਿਟੇਲ ਨਹੀਂ ਮੰਗਣਾ ਚਾਹੁੰਦੇ, ਪਰ ਆਪਣੇ ਤਜਰਬੇ ਨਾਲ ਕੀ ਦੱਸਣਾ ਚਾਹੁੰਦੇ ਹੋ ਕਿ ਸਿਟੀ ਦੇ ਵਿੱਚ ਜੋ ਕੁਝ ਵੀ ਅਲਾਟਮੈਂਟਾਂ ਹੁੰਦੀਆਂ, ਜਿਹੜੇ ਵੀ ਇਸ ਤਰ੍ਹਾਂ ਦੀਆਂ ਜਿਹੜੇ ਡਿਸੀਜ਼ਨ ਲਏ ਜਾਂਦੇ ਹੈ, ਤੁਹਾਨੂੰ ਲੱਗਦਾ ਹੈ ਕਿ ਆਮ ਲੋਕਾਂ ਨੂੰ ਉਹਦੀ ਖਬਰ ਹੀ ਨਹੀਂ ਪਹੁੰਚਦੀ ਔਰ ਬਹੁਤ ਕੁਝ ਚੱਲ ਰਿਹਾ ਉੱਥੇ? ਹਾਂਜੀ, ਜਿਹੜੇ ਆਪਣੇ ਵੱਡੇ ਆਪਾਂ ਕਹਿੰਦੇ ਨਾ ਵੀ ਲੀਡਰਸ ਆਪਾਂ ਪਿਕ ਕੀਤਾ, ਆਪਾਂ ਚੂਜ਼ ਕੀਤਾ, ਬੜਾ ਕੁਛ ਹੈਗਾ ਵਾ। ਕਿਉਂਕਿ ਇੱਕ ਉਹ ਇਹੋ ਜਿਹੀ ਪੋਜੀਸ਼ਨ ਤੇ ਕਈ ਹੈਗੇ ਆ ਜਿਨ੍ਹਾਂ ਦੀ ਗੱਲ ਕਿਤੇ ਬਾਹਰ ਹੀ ਨਹੀਂ ਆ ਸਕਦੀ। ਜਿਵੇਂ ਹੁਣ ਮਿਸਟਰ ਬੈਰਕਾ, ਇਫ ਆਈਵ ਸੈਡ ਨਥਿੰਗ ਅਬਾਊਟ ਐਨੀਥਿੰਗ, ਇਹ ਗੱਲ ਤੁਹਾਨੂੰ ਪਤਾ ਹੀ ਨਹੀਂ ਲੱਗਣੀ ਸੀ, ਤੁਹਾਨੂੰ ਕੁਛ ਹੀ ਨਹੀਂ ਪਤਾ ਲੱਗਣਾ ਸੀ। ਐਂਡ ਇਹ ਤਾਂ ਇੱਕ ਪਹਿਲਾ ਪੇਜ ਹੈ ਇੱਕ ਕਿਤਾਬ ਦਾ ਜਿਹਦੇ 5000 ਪੇਜਸ ਹੋਣੇ ਆ। ਹੁਣ ਇਹ ਤੁਹਾਡੇ ਤੇ ਹੈ ਵੀ ਤੁਸੀਂ ਉਹ ਗੱਲ ਨੂੰ ਕਿੰਨਾ ਐਕਸੈਪਟ ਕਰਨਾ, ਕਿੰਨਾ ਉਹਨੂੰ ਅਨਰੈਵਲ ਕਰਨਾ, ਐਂਡ ਆਰ ਯੂ ਰੈਡੀ ਟੂ ਲਿਸਨ ਟੂ ਇਟ। ਜੀ, ਤੁਸੀਂ ਇਹ ਜਿਹੜੀ ਈਮੇਲ ਭੇਜੀ ਹੈ, ਇਸ ਤੋਂ ਪਹਿਲਾਂ ਵੀ ਕਿਸੇ ਥਾਂ ਤੇ ਕੰਪਲੇਂਟ ਕੀਤੀ ਮੇਅਰ ਦੇ ਆਫਿਸ ਨੂੰ, ਜਿਹੜੇ ਕਾਉਂਸਲਰਸ ਨੇ, ਕਿਸੇ ਹੋਰ ਆਫਿਸ ਨੂੰ, ਕਿਤੇ ਨੂੰ ਇਨਫੋਰਮ ਕੀਤਾ ਕਿ ਕੁਝ ਚੱਲ ਰਿਹਾ ਹੈ, ਜਾਂ ਤੁਸੀਂ ਡਾਇਰੈਕਟ ਫਿਰ ਈਮੇਲ ਸਿੱਧੀ ਭੇਜ ਦਿੱਤੀ? ਜੇ ਤੁਸੀਂ ਨਾ ਮੇਰੀ ਈਮੇਲ ਪੜ੍ਹੋ, ਉਹ ਤੇ ਲਿਖਿਆ ਹੋਇਆ there are no processes in the city of Brampton, especially in the human resources department. ਜੇ ਤੁਸੀਂ ਸਾਡਾ ਪਬਲਿਕ ਕਾਉਂਸਲ ਸੁਣੋ, ਜਿਹੜਾ ਵੈਨਸਡੇ ਨੂੰ ਟੇਕ ਕੇਅਰ ਹੁੰਦਾ ਵਾ, ਉੱਥੇ ਬੜੀ ਹੀ ਪਬਲਿਕ ਡਿਸਕਸ਼ਨ ਹੁੰਦੀ ਆ ਹਿਊਮਨ ਰਿਸੋਰਸਿਸ ਡਿਪਾਰਟਮੈਂਟ ਤੇ ਕਿੰਨੀ ਵਾਰੀ ਬਹੁਤ ਗੱਲਾਂ ਪੁੱਛੀਆਂ ਗਈਆਂ ਜਿਨ੍ਹਾਂ ਦੇ ਕਦੇ ਜਵਾਬ ਨਹੀਂ ਮਿਲੇ। ਐਂਡ ਜਿਹੜੀ ਮੇਰੀ ਪੋਜੀਸ਼ਨ ਆ, ਇਟਸ ਕੁਆਇਟ ਅ ਮੈਨੇਜਮੈਂਟ ਸੀਨੀਅਰ ਹਾਈ ਲੈਵਲ, ਸੋ ਮੈਨੂੰ ਵੀ ਪਤਾ, ਕਿਉਂਕਿ ਮੇਰੇ ਕੋਲ ਵੀ ਬੜੇ ਅਲੱਗ-ਅਲੱਗ ਸਟਾਫ ਆ ਚੁੱਕੇ ਆ ਜਿਹੜੇ ਕੰਪਲੇਨ ਕਰਕੇ ਰੋ ਕੇ ਨਿਕਲ ਚੁੱਕੇ ਆ, ਕੱਢ ਦਿੱਤੇ ਗਏ ਆ। ਬਟ ਜਦੋਂ ਮੇਰੇ ਕੋਲ ਆਏ, ਉਹਦਾ ਮੈਂ ਕੁਛ ਕੀਤਾ, ਬਿਕਾਜ਼ ਮੈਂ ਸੋਚਿਆ ਜੇ ਮੈਂ ਹੋਵਾਂ what would I want? ਜੀ, ਅੱਛਾ, ਜਿਹੜਾ ਇਹ ਅਪਾਇੰਟਮੈਂਟ ਹੋਈ ਹੈ CAO ਦੀ, ਮੈਂ ਪਹਿਲਾਂ ਵੀ ਕਿਹਾ ਕਿ ਬੜੀ ਕੰਟਰੋਵਰਸੀ ਇਹ ਆਈ ਹੈ ਮੀਡੀਆ ਦੇ ਵਿੱਚ, ਔਰ ਪਹਿਲਾਂ ਵੀ ਕੁਐਸਚਨ ਉਠਾਏ ਗਏ ਕਿ ਬੰਦੇ ਨੂੰ ਅਪਾਇੰਟ ਕਿਉਂ ਕੀਤਾ ਗਿਆ, ਕੀ ਸੋਚ ਕੇ ਕੀਤਾ ਗਿਆ। ਡੈਫੀਨੇਟਲੀ ਸਿਟੀ ਦੇ ਜਿਹੜੇ ਵੱਡੇ ਅਧਿਕਾਰੀ ਹੈ, ਮੇਅਰ ਹੈ ਜਾਂ ਕਾਉਂਸਲਰ ਹੈ, ਜਿਨ੍ਹਾਂ ਨੇ ਵੀ ਇਸ ਬੰਦੇ ਨੂੰ ਅਪਾਇੰਟਮੈਂਟ ਦਿੱਤੀ ਹੈ, ਕੀ ਸੋਚ ਕੇ ਦਿੱਤੀ ਹੈ, ਕੀ ਬੈਕਗਰਾਉਂਡ ਚੈੱਕ ਕੀਤਾ ਉਸ ਦਾ। ਔਰ ਨਾ ਸਿਰਫ ਪਹਿਲਾਂ ਉਹ ਕੰਟਰੋਵਰਸ਼ੀਅਲ ਸੀ, ਜੇ ਇੱਥੇ ਆ ਕੇ ਉਹ ਇੰਨਾ ਜ਼ਿਆਦਾ ਕੰਟਰੋਵਰਸ਼ੀਅਲ ਹੋਰ ਹੁੰਦਾ ਜਾ ਰਿਹਾ ਹੈ, ਕੀ ਮਜਬੂਰੀ ਹੈ ਕਿ ਐਸੇ ਬੰਦੇ ਨੂੰ ਸ਼ੀਲਡ ਕੀਤਾ ਜਾ ਰਿਹਾ ਹੈ? ਜੇ ਤੁਸੀਂ ਇਹਨਾਂ ਦਾ ਬੈਕਗਰਾਉਂਡ ਦੇਖੋ ਨਾ, ਨਾਇਗਰਾ ਵੀ ਬੜੀਆਂ ਸਿਮਿਲਰ ਐਲੀਗੇਸ਼ਨਸ ਆ। 3 ਵੀਕ ਪਹਿਲਾਂ ਇੱਕ ਓਪਨ ਨਿਊਜ਼ ਆਰਟੀਕਲਸ ਆਏ ਹੋਏ ਆ, ਓਪਨ ਰਿਕਾਰਡਿੰਗ, ਇੱਕ ਪੋਡਕਾਸਟ ਵੀ ਹੋਇਆ ਇਹੀ ਗੱਲ ਤੇ। ਜੇ ਸੋਚਿਆ ਜਾਵੇ ਦੁਬਾਰਾ ਉਹ ਗੱਲ ਕਿਉਂ ਹੋਈ ਜਾਂਦੀ ਆ, ਇੰਨੇ ਜਾਣੇ ਇੱਕ ਗੱਲ ਕਿਉਂ ਕਹੀ ਜਾਂਦੇ ਆ, ਐਂਡ ਈਚ ਪਰਸਨਸ ਗਾਟ ਐਵੀਡੈਂਸ। ਸੋ ਇਹ ਸੀਨੀਅਰ ਲੀਡਰਸ਼ਿਪ ਤੇ ਆ ਵੀ ਇਹਨਾਂ ਨੂੰ ਆਲਮੋਸਟ ਪੁੱਛਣਾ ਚਾਹੀਦਾ, ਆਪਾਂ ਨੂੰ ਜਵਾਬ ਦੇਣੇ ਚਾਹੀਦੇ ਆ ਵੀ what's going on here and why is this here? ਜੇ ਮੇਰੀ ਗੱਲ ਸਾਰੇ ਕਹੀ ਜਾਂਦੇ ਨੇ ਵੀ is this real, does she have evidence? Yes, I have evidence. ਜੇ ਮੇਰੀ ਗੱਲ ਸਹੀ ਨਹੀਂ ਤਾਂ ਹਿਸਟਰੀ ਦੇਖ ਲਓ, ਉਹ ਚੀਜ਼ਾਂ ਹਜੇ ਓਪਨ ਆ, ਉਹਨਾਂ ਦੀ ਕੋਈ ਡਿਸੀਜਨ ਨਹੀਂ, ਉਹਨਾਂ ਦੇ ਆਈ ਥਿੰਕ ਲਾਸੂਟਸ ਵੀ ਚੱਲ ਰਹੇ ਆ, ਬੜਾ ਕੁਝ ਚੱਲ ਰਿਹਾ ਵਾ। ਜੇ ਤੁਸੀਂ ਸਿਚੁਏਸ਼ਨ ਤੋਂ ਉਹਨਾਂ ਨੂੰ ਰਿਮੂਵ ਹੀ ਕਰ ਦੋ ਤੇ ਕਿਤੇ ਹੋਰ ਸਿਚੁਏਸ਼ਨ ਚ ਪਾ ਦੋ, ਇਹਦਾ ਮਤਲਬ ਇਹ ਨਹੀਂ ਵੀ ਉਹ ਚੀਜ਼ ਓਵਰ ਹੋ ਗਈ। ਜੀ, ਮੈਨੂੰ ਗੁਰਦੀਪ ਇਹ ਦੱਸੋ ਕਿ ਇਹ ਹੁਣ ਜਿਹੜਾ ਸਾਰਾ ਮਾਮਲਾ ਹੈ ਤੁਹਾਨੂੰ ਤੁਸੀਂ ਰੇਜ਼ ਕੀਤਾ, ਤੁਸੀਂ ਇਹਨੂੰ ਰਾਈਟਿੰਗ 'ਚ, ਇਹਨੂੰ ਔਨ ਪਬਲਿਕ ਰੈਕਡ 'ਚ ਲੈ ਆਂਦਾ ਹੈ, ਤਾਂ ਤੁਹਾਨੂੰ ਤੁਹਾਡੇ 'ਤੇ ਐਲੀਗੇਸ਼ਨ ਇਹ ਲਗਾਇਆ ਜਾ ਰਿਹਾ ਕਿ ਕਨਫਲਿਕਟ ਆਫ ਇੰਟਰਸਟ ਹੈ, ਕਿ ਇੱਕ ਪਾਸੇ ਤੁਸੀਂ ਸਿਟੀ 'ਚ ਕੰਮ ਕਰ ਰਹੇ ਹੋ, ਦੂਜੇ ਪਾਸੇ ਤੁਸੀਂ ਨੋਮੀਨੇਸ਼ਨ ਕੰਟੈਸਟ ਕਰ ਰਹੇ ਸੀਗੇ। ਤੁਸੀਂ ਉਹਦਾ ਜਵਾਬ ਵੀ ਵੈਸੇ ਆਪਣੇ ਵੱਲੋਂ ਦਿੱਤਾ ਹੈ, ਔਰ ਤੁਸੀਂ ਕਾਫੀ ਐਗਜ਼ਾਮਪਲ ਦਿੱਤੀਆਂ ਕਿ ਹੋਰਨਾਂ ਲੋਕਾਂ ਦੀਆਂ ਵੀ। ਤਾਂ ਤੁਹਾਨੂੰ ਕੀ ਸੁਣਵਾਈ ਨਹੀਂ ਮਿਲੀ? ਤੁਹਾਡਾ ਕੀ ਹੁਣ ਦੋਸ਼ ਕੀ ਹੈ ਕਿ ਤੁਸੀਂ ਇੱਕ ਜਿਹੜਾ ਇਸ਼ੂ ਰੇਜ਼ ਕੀਤਾ ਕਲੀਨ ਕਰਨ ਵਾਸਤੇ, ਉੱਥੋਂ ਦਾ ਜੋ ਵੀ ਮੈਸ ਹੈ, ਉਲਟਾ ਤੁਹਾਨੂੰ ਉਹਦੇ ਲਈ ਪਨਿਸ਼ ਕੀਤਾ ਗਿਆ? ਇਹ ਐਗਜ਼ੈਕਟ ਐਗਜ਼ਾਮਪਲ ਆ ਜਿਹਦੇ ਨਾਲ ਮੈਂ ਆਪਣੀ ਈਮੇਲ ਸ਼ੁਰੂ ਕੀਤੀ ਆ ਵੀ ਜਿਹੜਾ ਹਿਊਮਨ ਰਿਸੋਰਸਿਸ ਡਿਪਾਰਟਮੈਂਟ ਆ ਤੇ ਜਿਹੜੀ ਸੀਨੀਅਰ ਲੀਡਰਸ਼ਿਪ ਆ ਫਲॉड ਆ। ਜੇ ਹੁਣ ਤੁਸੀਂ ਇੰਨੀ ਗੱਲ ਹੀ ਸਮਝ ਲਓ ਸਾਰੇ, ਤੇ ਉਹੀ ਦੇਖ ਲਓ ਵੀ ਜਿਹਨੇ ਆਵਾਜ਼ ਉਠਾਈ ਔਰ ਜਿਹਨੇ ਸਟੈਂਡ ਲਿਆ, ਕਿਉਂਕਿ ਬਾਟਮ ਤੇ ਮੇਰਾ ਲਿਖਿਆ ਵਾ ਪਲੀਜ਼ ਡੋਂਟ ਲੈਟ ਦਿਸ ਗੋ ਅਵੇ, ਵੀ ਜੇ ਕੋਈ ਸਟੈਂਡ ਲੈਂਦਾ ਉਹਦਾ ਇਹੀ ਕੁਛ ਹੁੰਦਾ। ਇਹ ਐਗਜ਼ੈਕਟ ਐਗਜ਼ਾਮਪਲ ਆ। ਜੇ ਤੁਸੀਂ ਮੇਰੀ ਈਮੇਲ ਪੜ੍ਹੋ, ਉੱਥੇ ਮੈਂ ਲਿਖਿਆ ਵੀ ਕੀ ਹੋਇਆ ਵੀ ਇਹਨੂੰ ਪਲੀਜ਼ ਐਡਰੈਸ ਕਰਿਓ
ਕਿਉਂਕਿ ਮੈਂ ਸਟੈਂਡ ਲੈ ਰਹੀ ਹਾਂ। ਬਟ ਉਹਨਾਂ ਨੇ ਆਪ ਹੀ ਸ਼ੋਅ ਕੀਤਾ ਵੀ ਉਹਨਾਂ ਦਾ ਦਿਮਾਗ ਕਿਵੇਂ ਕੰਮ ਕਰਦਾ ਤੇ ਕਿੰਨੀ ਕੁ ਸੋਚ ਵਾਲੇ ਆ ਤੇ ਉਹ ਕੀ ਕਰਦੇ ਆ। ਤੁਸੀਂ ਇਮੇਜਿਨ ਕਰੋ, ਥਾਊਜ਼ੈਂਡਸ ਆਫ ਲੋਕਾਂ ਨੂੰ ਫਾਇਰ ਕੀਤਾ ਗਿਆ, ਉਹਨਾਂ ਦੀਆਂ ਸਿਚੁਏਸ਼ਨਸ ਸ਼ਟ ਆਊਟ ਕਰਕੇ ਪੁੱਟ ਅਵੇ ਕੀਤਾ ਗਿਆ, ਜਿਹੜੇ ਬੋਲ ਨਹੀਂ ਸਕਦੇ ਸੀ ਕਿਉਂਕਿ ਉਹਨਾਂ ਦੇ ਕਿਡਸ ਆ, ਫੈਮਲੀਜ਼ ਆ, ਬੜਾ ਕੁਛ ਆ। I took the bold step and I decided to speak on it, and ਮੇਰੇ ਨਾਲ ਇਹਨਾਂ ਨੇ ਐਂ ਕੀਤਾ। ਪਰ ਮੈਨੂੰ ਕੋਈ ਉਹਦਾ ਹੈ ਨਹੀਂਗਾ ਕਿਉਂਕਿ ਮੈਨੂੰ ਪਤਾ ਵੀ ਇਹ ਰਾਈਟ ਡਿਸੀਜਨ ਹੈਗੀ ਆ। ਓਕੇ, ਹੁਣ ਅੱਜ ਮੀਟਿੰਗ ਚੱਲ ਰਹੀ ਹੈ ਕਾਉਂਸਲ ਦੀ ਔਰ ਤੁਹਾਡੇ ਵਿਸ਼ੇ ਨੂੰ ਲੈ ਕੇ ਅੱਜ ਐਮਰਜੈਂਸੀ ਮੀਟਿੰਗ ਕਾਲ ਕਰਨੀ ਪਈ ਹੈ ਉਹਨਾਂ ਨੂੰ। ਅੱਜ ਪਤਾ ਲੱਗ ਜਾਏਗਾ ਕਿ ਕੌਣ ਤੁਹਾਡੇ ਹੱਕ 'ਚ ਬੋਲਦਾ ਉੱਥੇ, ਕੌਣ ਤੁਹਾਡੇ ਹੱਕ 'ਚ ਨਹੀਂ ਬੋਲਦਾ। ਹਾਲਾਂਕਿ ਕੌਨਫੀਡੈਂਸ਼ੀਅਲ ਹੁੰਦੀ ਹੈ ਸਾਰੀ ਪ੍ਰੋਸੀਡਿੰਗਸ, ਲੇਕਿਨ ਅਸੀਂ ਪਤਾ ਲਗਾ ਲਾਵਾਂਗੇ, ਪਬਲਿਕ ਨੂੰ ਪਤਾ ਦੱਸ ਦੇਵਾਂਗੇ ਕਿ ਕਿਹਨੇ ਤੁਹਾਨੂੰ ਅੰਦਰ ਸਪੋਰਟ ਕੀਤਾ, ਕਿਹਨੇ ਤੁਹਾਨੂੰ ਅਪੋਜ਼ ਕੀਤਾ ਔਰ ਕਿਉਂ ਕੀਤਾ, ਔਰ ਉਹਦੇ ਪਿੱਛੇ ਕੀ ਉਹਨਾਂ ਦਾ ਲੌਜਿਕ ਕੀ ਹੈ। ਤਾਂ ਤੁਸੀਂ ਕੁਝ ਲਾਸਟ ਹੁਣ ਕਹਿਣਾ ਚਾਹੋ? ਪਹਿਲਾਂ ਤੇ ਐਟਲੀਸਟ ਤੁਹਾਨੂੰ ਅਸੀਂ ਐਪਰੀਸ਼ੀਏਟ ਤਾਂ ਕਰਨਾ ਜ਼ਰੂਰ ਬਣਦਾ ਹੈ ਕਿ ਤੁਸੀਂ ਇੱਕ ਬੋਲਡ ਸਟੈਪ ਲਿਆ। ਆਮ ਤੌਰ ਦੇ ਉੱਤੇ ਲੋਕ ਜੌਬ ਨੂੰ ਸਿਕਿਉਰ ਕਰਨ ਦੇ ਵਾਸਤੇ, ਪ੍ਰੋਟੈਕਟ ਕਰਨ ਦੇ ਵਾਸਤੇ ਕਦੀ ਵੀ ਇਸ ਤਰ੍ਹਾਂ ਅੱਗੇ ਨਹੀਂ ਆਉਂਦੇ, ਲੇਕਿਨ ਤੁਸੀਂ ਇਹ ਕੰਮ ਕੀਤਾ ਹੈ। ਔਰ ਮੈਨੂੰ ਲੱਗਦਾ ਕਿ ਆਪਣੀ ਕਮਿਊਨਿਟੀ ਦੇ ਵਿੱਚ ਵੀ ਮੈਂ ਕਹਿਣਾ ਚਾਹਾਂਗਾ, ਜਿਹੜੇ ਵੀ ਲੋਕ ਆਵਾਜ਼ ਸੁਣ ਰਹੇ ਆ ਮੇਰੀ, ਤੁਹਾਡੀ ਆਵਾਜ਼ ਨੂੰ ਸੁਣ ਰਹੇ ਆ, ਕਿ ਅਸੀਂ ਕਹਿੰਦੇ ਬਹੁਤ ਹਾਂ ਕਿ ਸਿਟੀ 'ਚ ਧਾਂਦਲੀ ਹੈ, ਸਿਟੀ 'ਚ ਬਹੁਤ ਕੁਝ ਗਲਤ ਹੋ ਰਿਹਾ ਹੈ, ਇਹਨੂੰ ਕਲੀਨ ਕਰਨ ਦੀ ਲੋੜ ਹੈ। ਪਰ ਮੈਨੂੰ ਲੱਗਦਾ ਅਸੀਂ ਜਾਗਰੂਕ ਨਹੀਂ ਹਾਂ। ਉਹਦੇ ਪਿੱਛੇ ਅਸਲ 'ਚ ਗੁਰਦੀਪ ਕਾਰਨ ਵੀ ਇਹ ਹੈ ਕਿ ਜਿਹੜੀਆਂ ਇਹ ਇੰਟਰਨਲ ਫਾਈਲਿੰਗ ਸਿਸਟਮ ਹੈ, ਇੰਟਰਨਲ ਤੁਹਾਡਾ ਵਰਕਿੰਗ ਸਿਸਟਮ ਹੈ, ਬਾਹਰਲੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਹੋ ਕੀ ਰਿਹਾ ਹੈ ਜਦ ਤੱਕ ਕੋਈ ਅੰਦਰੋਂ ਬੰਦਾ ਇਹਦੀ ਜਾਣਕਾਰੀ ਨਾ ਦੇਵੇ। ਐਲੀਗੇਸ਼ਨ ਬੜੇ ਲੱਗਦੇ ਆ, ਰੋਜ਼ ਲੱਗ ਰਹੇ ਆ ਪਬਲਿਕ ਦੇ ਵਿੱਚ, ਲੇਕਿਨ ਐਵੀਡੈਂਸ ਕਿਸੇ ਕੋਲ ਨਹੀਂ ਹੁੰਦਾ। ਤਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕੋਲ ਹੁਣ ਐਵੀਡੈਂਸ ਵੀ ਨੇ, ਤਾਂ ਦੇਖਣਾ ਹੋਵੇਗਾ। ਤਾਂ what will be your line of action if they don't rehire you, if they don't reappoint you again? I'm not legally speaking. That's a Okay. legal purview they've taken, and these are constitutional rights, so that will be dealt with in the court of law, and that's already happening. ਉਹਦਾ ਮੈਨੂੰ ਕੋਈ ਨਹੀਂ ਹੈਗਾ। ਬਟ ਮੈਂ ਇੱਕ ਗੱਲ ਜ਼ਰੂਰ ਕਹੂੰਗੀ, ਜਿਹੜੀ ਤੁਸੀਂ ਹੁਣੇ ਕਹੀ ਆ ਵੀ ਐਲੀਗੇਸ਼ਨਸ ਬਹੁਤ ਲੱਗਦੇ ਆ ਪਰ ਕਿਸੇ ਕੋਲ ਕੋਈ ਐਵੀਡੈਂਸ ਨਹੀਂ ਹੁੰਦਾ ਤੇ ਆਪਾਂ ਰੌਲੇ ਬਹੁਤ ਸੁਣਦੇ ਆ, ਇਹਨਾਂ ਨੂੰ ਠੀਕ ਕਰੋ ਬਟ ਕਦੇ ਕੁਝ ਹੁੰਦਾ ਨਹੀਂ। ਪਹਿਲੀ ਵਾਰ I'm telling you, I'm coming out here openly giving my name and openly telling you ਵੀ ਐਵੀਡੈਂਸ ਵੀ ਨਾਲ ਆ। ਠੀਕ ਹੈ, ਤੁਸੀਂ ਅਵੇਅਰ ਹੋ ਕੇ ਸੁਣੋ ਐਂਡ ਦੇਖੋ, ਐਂਡ ਇਹ ਤੁਹਾਡੀ ਮਨੀ ਆ, ਤੁਸੀਂ ਕੰਮ ਕਰਕੇ ਇੱਥੇ ਲਾਉਂਦੇ ਆ, ਤੁਸੀਂ ਉਹਨਾਂ ਨੂੰ ਪੇ ਕਰਦੇ ਆ। ਤੁਸੀਂ ਉਹਨਾਂ ਨੂੰ ਪੇ ਕਰਨਾ ਜਿਹੜੇ ਤੁਹਾਡੇ ਪੈਸੇ ਲੈ ਕੇ ਬਾਹਰ ਜਾਈ ਜਾਂਦੇ ਆ, ਔਰ ਤੁਸੀਂ ਆਪਦੇ ਜਿਹੜੇ ਇੱਥੇ ਟੈਲੈਂਟ ਆ, ਜਿੱਥੇ ਤੁਸੀਂ ਹਾਰਡ ਵਰਕ ਕਰਦੇ ਹੋ ਤੇ ਬੱਚੇ ਰੇਜ਼ ਕਰਦੇ ਆ, ਉੱਥੇ ਕਰਾਉਣਾ। ਬਾਈ ਹੁਣ ਤੁਸੀਂ ਚੋਇਸ ਬਣਾਉਣੀ ਆ, ਮੈਂ ਨਹੀਂ, ਮੈਂ ਤਾਂ ਆਪਦਾ ਕੰਮ ਕਰ ਚੁੱਕੀ ਆ। ਤੁਸੀਂ ਕੋਈ ਕਮਿਊਨਿਟੀ ਤੋਂ ਕੀ ਆਸ ਕਰਦੇ ਹੋ? ਜਿਹੜੇ ਲੋਕ ਤੁਹਾਨੂੰ ਸੁਣ ਰਹੇ ਹੈ, what should they do now ਜੇ ਤੁਹਾਡੀ ਗੱਲ ਸੁਣਨ ਤੋਂ ਬਾਅਦ? ਕਿਉਂਕਿ ਤੁਸੀਂ ਜੋ ਗੱਲ ਕਹੀ ਹੈ ਉਹ ਬੜੀ ਸੀਰੀਅਸ ਮੈਟਰ ਹੈ ਕਿ ਅਸੀਂ ਬਹੁਤ ਵੱਡੀ ਗਿਣਤੀ ਵਿੱਚ ਇਸ ਸਿਟੀ 'ਚ ਰਹਿੰਦੇ ਹਾਂ। ਇਹ ਸਾਡਾ ਸਿਟੀ ਹੈ, ਕਿਸੇ ਦੇ ਵੀ ਬਰਾਬਰ ਦੇ ਅਸੀਂ ਨਾਗਰਿਕ ਹਾਂ ਇਸ ਸਿਟੀ ਦੇ ਵਿੱਚ। ਜਿਸ ਤਰ੍ਹਾਂ ਕਿਸੇ ਹੋਰ ਵਿਅਕਤੀ ਦੀ ਇਸ ਦਾ ਸਿਟੀ ਹੈ, ਉੱਦਾਂ ਸਾਡਾ ਵੀ ਉੱਦਾਂ ਦਾ ਹੀ ਆਪਣਾ ਸਿਟੀ ਹੈ। ਤਾਂ ਅਸੀਂ ਬਰਾਬਰ ਦੇ ਹੱਕਦਾਰ ਹਾਂ। ਤਾਂ ਜੇ ਅਸੀਂ ਟੈਕਸ ਦਿੰਦੇ ਹਾਂ, ਮਿਹਨਤ ਦੀ ਕਮਾਈ ਦੇ ਨਾਲ ਲੋਕਾਂ ਦੀਆਂ ਤਨਖਾਹਾਂ ਪੇ ਕਰਦੇ ਹਾਂ ਲੋਕਾਂ ਦੀਆਂ, ਤੇ ਸਾਡੇ ਕੋਲ ਰਾਈਟ ਹੈ ਅਸੀਂ ਪੁੱਛੀਏ ਕਿ ਹੋ ਕੀ ਰਿਹਾ। ਤਾਂ ਆਪਣੇ ਲੋਕਾਂ 'ਚ ਜਾਗਰੂਕਤਾ ਦੀ, ਅਵੇਅਰਨੈਸ ਦੀ, ਮੈਂ ਫਿਰ ਬਾਰ-ਬਾਰ ਕਹਿ ਰਿਹਾ, ਕਮੀ ਹੈ। ਲੇਕਿਨ ਤੁਸੀਂ ਹੁਣ ਆਪਣੀ ਕਮਿਊਨਿਟੀ ਤੋਂ ਕੀ ਚਾਹੁੰਦੇ ਹੋ ਕਿ ਕੀ ਲੋਕ ਜਾਗਰੂਕ ਹੋਣ, ਕੀ ਲੋਕ ਕਰਨ? ਵੈਸੇ ਤਾਂ ਇਲੈਕਸ਼ਨ ਦਾ ਟਾਈਮ ਆਉਂਦਾ, ਉਦੋਂ ਅਸੀਂ ਕਾਉਂਸਲਰ ਚੁਣਦੇ ਹਾਂ, ਲੇਕਿਨ ਸਿਟੀ ਦੇ ਅੰਦਰ ਜੋ ਕੁਝ ਹੁੰਦਾ ਹੈ ਉਹ ਸਾਡੇ ਹੱਥ ਵੱਸ ਆਮ ਲੋਕਾਂ ਦੇ ਨਹੀਂ ਹੈ। I want to say, ਅੱਜ ਪਹਿਲੀ ਵਾਰ ਅਵੇਅਰਨੈਸ ਨਾਲ ਪਲੀਜ਼ ਇਹਨੂੰ ਸੁਣਿਓ ਐਂਡ ਇਹ ਗੱਲ ਨੂੰ ਸਮਝੋ। ਜਦੋਂ ਇਲੈਕਸ਼ਨ ਹੁੰਦੇ ਆ, ਤੁਸੀਂ ਕਿਹਾ ਵੀ ਕਾਉਂਸਲਰਸ ਨੂੰ ਚੂਜ਼ ਕਰਦੇ, ਪਰ ਅੰਦਰ ਦਾ ਕਦੇ ਕੁਝ ਪ੍ਰੋਸੈਸ ਪਤਾ ਨਹੀਂ ਲੱਗਦਾ ਕਿਉਂਕਿ ਸਿਸਟਮਸ ਕਦੇ ਜਿਵੇਂ ਇਹ ਟੀਮ ਨੇ ਸੋਫਿਸਟੀਕੇਟਡ ਬਣਾਏ ਸੀ ਵੀ ਐਵਰੇਜ ਪਰਸਨ ਨੂੰ ਇਹ ਨਹੀਂ ਪਤਾ ਲੱਗਣਾ ਵੀ ਹੋ ਕੀ ਰਿਹਾ ਤੇ ਕਿਉਂ ਹੋ ਰਿਹਾ। ਜਦੋਂ ਸਾਰਾ ਕੁਝ ਹੋ ਕੇ ਆ ਗਿਆ ਨਾ, ਫੇਰ ਹੀ ਪਤਾ ਲੱਗਦਾ। ਇਹਨੂੰ ਜਿਹੜੇ ਵੇ ਨਾਲ ਮੈਂ ਅੰਦਰ ਰਹਿ ਕੇ ਚੀਜ਼ ਦੇ ਕਲੋਜ਼ ਹੋ ਕੇ, ਕਦੋਂ ਮੇਰਾ ਡਾਇਰੈਕਟ ਬਾਸ ਸੀ ਤਾਂ ਮੈਨੂੰ ਪਤਾ ਵਾ ਤੁਸੀਂ ਵੀ ਆਪਦੇ ਆਪ ਨੂੰ ਮੇਰੇ ਸ਼ੂ 'ਚ ਪਾ ਕੇ ਦੇਖੋ ਵੀ ਉਹ ਕਿਵੇਂ ਹੋਣਾ ਐਂਡ ਵਾਈ ਇਟ ਹੈਪਨ। ਐਂਡ ਹੁਣ ਤੁਹਾਡੇ ਸਾਹਮਣੇ ਆ ਇੱਕ ਗੱਲ, ਜਿਹੜੇ ਰਿਪੀਟ ਇਹੋ ਜਿਹੇ ਕੰਮ ਕਰਦੇ ਆ ਨਾ, ਉਹ ਬੜਾ ਗਿੱਝ ਜਾਂਦੇ ਆਪਦੇ ਸਿਸਟਮ ਦੇ ਵਿੱਚ ਵੀ ਉਹਨੂੰ ਕਿਵੇਂ ਕਰਨਾ, ਉਹਨੂੰ ਕਿਵੇਂ ਸਹੀ ਸ਼ੋ ਕਰਨਾ ਵਾ। ਬਟ ਫਲਾਸ ਤਾਂ ਆਲਵੇਜ਼ ਹੁੰਦੇ ਆ, ਟਰੈਕਸ ਤਾਂ ਹੁੰਦੇ ਆ, ਐਂਡ ਉਹ ਮੇਰੇ ਕੋਲ ਹੈਗੇ ਆ। ਸੋ ਪਲੀਜ਼ ਇਹਨੂੰ ਅਵੇਅਰਨੈਸ ਨਾਲ, ਓਪਨ ਮਾਈਂਡਡਨੈਸ ਨਾਲ ਦੇਖਿਓ ਕਿਉਂਕਿ ਹਾਰਡ ਵਰਕ, ਮਿਹਨਤ ਤੁਹਾਡੀ ਆ, ਜਿਹੜੀ ਤੁਸੀਂ ਬਾਹਰ ਦੇ ਰਹੇ ਆ ਇਹ ਤੁਹਾਡੇ ਤੇ ਆ। ਇਹਨੂੰ ਉਸ ਲਾਈਟ ਨਾਲ ਵਿਊ ਕਰਿਓ, ਉਹ ਬਹੁਤ ਜ਼ਰੂਰੀ ਆ। ਇਹੀ ਅਸਲ 'ਚ ਪਬਲਿਕ ਸਰਵਿਸ ਆਪਣੇ ਵਾਸਤੇ। ਠੀਕ ਹੈ, ਲਾਸਟ ਮੇਰਾ ਤੁਹਾਨੂੰ ਜਾਣ ਤੋਂ ਪਹਿਲਾਂ ਇੱਕ ਕੁਐਸਚਨ ਹੈ ਗੁਰਦੀਪ, ਕਿ ਇੱਕ ਹਰ ਵਾਰੀ ਅਸੀਂ ਸਲੋਗਨ ਸੁਣਦੇ ਹਾਂ ਇਲੈਕਸ਼ਨ ਦੇ ਵਿੱਚ ਕਿ ਸਿਟੀ ਹਾਲ ਦੇ ਵਿੱਚ ਰਿਫਲੈਕਟ ਹੋਣੀ ਚਾਹੀਦਾ ਇਹ ਮਲਟੀਕਲਚਰਿਜ਼ਮ,
ਡਾਈਵਰਸਿਟੀ ਜੋ ਸਿਟੀ ਦੀ ਹੈ ਇਹ ਹੁੰਦੀ ਨਹੀਂ। ਤਾਂ ਜਦੋਂ ਹਾਇਰਿੰਗ ਦਾ ਪ੍ਰੋਸੈਸ ਆਉਂਦਾ ਹੈ, ਕਿਸ ਤਰ੍ਹਾਂ ਲੋਕਾਂ ਨੂੰ ਹਾਇਰ ਕੀਤਾ ਜਾਂਦਾ ਹੈ, ਬਾਹਰ ਬੈਠੇ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਅੰਦਰੋਂ ਹੀ ਅੰਦਰ ਕਿਹਨੂੰ ਅਪੁਆਇੰਟ ਕਰ ਲਿਆ ਗਿਆ, ਕਿ ਅਸੀਂ ਕਿਸ ਤਨਖਾਹ ਤੇ ਰੱਖ ਲਿਆ ਗਿਆ, ਕਿੰਨੀ ਤਨਖਾਹ ਕੌਣ ਲੈ ਰਿਹਾ ਹੈ। ਇਹ ਆਮ ਲੋਕਾਂ ਦੀ ਨਾ ਤੇ ਸਰੋਕਾਰ ਹੈ, ਨਾ ਲੋਕ ਜਾਣਨਾ ਚਾਹੁੰਦੇ ਆ। ਪਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿਹੜੇ ਸਾਡੀ ਪਹਿਲੀ ਜਨਰੇਸ਼ਨ ਦੇ ਬੱਚੇ ਸੀ, ਤੁਹਾਡੇ ਵੀ ਪੇਰੈਂਟਸ ਆਏ, ਜਿਹੜੇ ਵੀ ਫਸਟ ਜਨਰੇਸ਼ਨ ਦੇ ਲੋਕ ਸੀ, ਉਹ ਆ ਕੇ ਕੰਮਾਂ ਕਾਰਾਂ 'ਚ ਲੱਗੇ ਰਹੇ ਵਿਚਾਰੇ, ਉਹਨਾਂ ਨੂੰ ਕੋਈ ਜ਼ਿਆਦਾ ਸਮਝ ਨਹੀਂ ਸੀ। ਪਰ ਜਿਹੜੇ ਹੁਣ ਸੈਕੰਡ ਜਨਰੇਸ਼ਨ ਦੇ ਬੱਚੇ ਆ, ਇੱਥੇ ਯੂਨੀਵਰਸਿਟੀਆਂ ਦੇ ਵਿੱਚ ਹਾਇਰ ਕੁਆਲੀਫਿਕੇਸ਼ਨ ਲੈ ਲਈ ਹੈ, ਉਹਨਾਂ ਕੋਲ ਤਜਰਬਾ ਵੀ ਹੈ, ਯੋਗਤਾ ਵੀ ਹੈ, ਬਾਰ-ਬਾਰ ਮਾਰੇ ਫਿਰਦੇ ਆ ਜੌਬਾਂ ਵਾਸਤੇ, ਇੱਥੇ ਜੌਬਾਂ ਨਹੀਂ ਮਿਲਦੀਆਂ, ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਹੋ? Thank you for this question. ਇਹ ਨਾ ਮੇਰਾ ਇੱਕ ਪੋਰਟਫੋਲੀਓ ਡਾਈਵਰਸਿਟੀ ਐਂਡ ਇਨਕਲੂਜਨ ਐਕੁਇਟੀ ਆਫਿਸ, ਇਹ ਮੇਰਾ ਨੰਬਰ 1 ਉੱਥੇ ਗੋਲ ਹੁੰਦਾ ਵੀ ਜਿਹੜਾ ਸਿਟੀ ਦਾ ਕਲਚਰ ਆ ਉਹਨੂੰ ਰੀਰਿਫਲੈਕਟ ਕੀਤਾ ਜਾਵੇ। ਜੇ ਈਮੇਲ ਪੜੋ, ਜਿਹੜਾ ਹੈ ਨਾ ਉਹ ਨਹੀਂ ਅਲਾਉ ਕਰਦਾ, ਉਹ ਕਹਿੰਦਾ ਨੋ, ਜਿਹੜਾ ਮੈਂ ਕਿਹਾ ਉਹੀ ਇੱਥੇ ਆਵੇ ਤੇ ਉਹੀ ਆ ਸਕਦਾ। ਹੁਣ ਮੈਂ ਵੀ ਤੁਹਾਡੇ ਸਾਹਮਣੇ ਸਾਊਥ ਏਸ਼ੀਅਨ ਪੜ੍ਹੀ ਲਿਖੀ ਪ੍ਰੋਫੈਸ਼ਨਲ ਫਰਮ ਹੇਅਰ ਲਾਇਰ ਹੈਗੀ ਆ, ਮੇਰੇ ਨਾਲ ਇਹਨਾਂ ਨੇ ਕੀ ਕੀਤਾ ਜਿਨ੍ਹਾਂ ਦੇ ਵਿੱਚ ਡਾਈਵਰਸਿਟੀ ਐਂਡ ਇਨਕਲੂਜਨ ਹੈਗਾ ਵਾ। ਦੇ ਸ਼ੁਡ ਅਲਾਉ ਮੀ ਟੂ ਸਪੀਕ, ਦੇ ਸ਼ੁਡ ਹੀਅਰ ਮੀ ਆਊਟ। ਆਪ ਹੀ ਆਪ ਦੇ ਸਿਸਟਮ 'ਚ ਇਹ ਫਸੇ ਬੈਠੇ, ਇਹਨਾਂ ਨੂੰ ਉਹੀ ਨਹੀਂ ਸਮਝ ਤੇ ਤੁਸੀਂ ਉਹਨੂੰ ਇੰਡੋਰਸ ਕਰਦੇ ਆ। ਆਸਕ ਕੁਐਸਚਨਸ, ਲਿਸਨ to what's being said and probe further into it. ਇਹ ਤੁਹਾਡੀ ਮਨੀ ਆ, ਡਿਮਾਂਡ ਕਰੋ। You have to. ਕੋਈ ਬਾਹਰ ਆ ਕੇ ਤੁਹਾਡੇ ਘਰ ਚੋਂ ਕੋਈ ਚੀਜ਼ ਲੈ ਕੇ ਨਹੀਂ ਜਾ ਸਕਦਾ ਜਿੰਨਾ ਚਿਰ ਤੁਸੀਂ ਡੋਰ ਨਹੀਂ ਖੋਲਦੇ ਤੇ ਬਾਹਰ ਉਹਨੂੰ ਜਾਣ ਨਹੀਂ ਦਿੰਦੇ। This is happening. You have to wake up. ਥੈਂਕ ਯੂ ਗੁਰਦੀਪ, ਔਰ ਤੁਹਾਡਾ ਇਹ ਸਾਰੀ ਜਾਣਕਾਰੀ ਦੇਣ ਲਈ ਸ਼ੁਕਰੀਆ। ਅਸੀਂ ਹੋਰ ਡਿਟੇਲ 'ਚ ਨਹੀਂ ਜਾਣਾ ਚਾਹੁੰਦੇ, ਤੁਸੀਂ ਜੋ ਮੈਸੇਜ ਦੇਣਾ ਸੀ ਤੁਹਾਡਾ ਮੈਸੇਜ ਪਹੁੰਚ ਗਿਆ ਹੈ। ਜਿਉਂ ਪਰਤਾਂ ਖੁੱਲ੍ਹਣਗੀਆਂ, ਹੁਣ ਬਹੁਤ ਕੁਝ ਅਗਰ ਨਿਕਲੇਗਾ ਵਿੱਚੋਂ, ਤੇ ਡੈਫੀਨੇਟਲੀ ਅਸੀਂ ਆਪਣੀ ਕਮਿਊਨਿਟੀ ਨਾਲ, ਆਪਣੇ ਲਿਸਨਰਸ ਨਾਲ ਸਾਂਝੇ ਕਰਦੇ ਰਵਾਂਗੇ। ਪਰ ਸਭ ਤੋਂ ਵੱਡਾ ਸਵਾਲ ਤੇ ਅੱਜ ਇਹ ਹੈ ਕਿ ਅੱਜ ਸਿਟੀ ਕੀ ਫੈਸਲਾ ਲੈਂਦੀ ਹੈ ਕੌਂਸਲ ਤੁਹਾਡੇ ਇਸ ਇਸ਼ੂ ਦੇ ਨੂੰ ਲੈ ਕੇ। ਪਹਿਲਾਂ ਤੇ ਉਹ ਦੇਖਦੇ ਹਾਂ, ਆਉਣ ਵਾਲੇ ਦਿਨਾਂ 'ਚ ਫਿਰ ਤੁਹਾਡਾ ਦੁਬਾਰਾ ਗੱਲ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਗੁਰਦੀਪ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ। ਇਹ ਸਨ ਗੁਰਦੀਪ ਕੌਰ ਹੋਰੀ। ਇਹਨਾਂ ਨੇ ਦੋਸ਼ ਬੜੇ ਸੀਰੀਅਸ ਲਗਾਏ ਹੋਏ ਹੈ। ਅਸੀਂ ਉਹ ਦੋਸ਼ਾਂ ਦੇ ਵਿੱਚ ਡਿਟੇਲ 'ਚ ਨਹੀਂ ਗਏ ਕਿਉਂਕਿ ਰੇਡੀਓ ਦੀ ਕੁਝ ਮਰਿਆਦਾ ਹੈ। ਤਾਂ ਮੇਰੇ ਕੋਲ ਇਹਨਾਂ ਦੇ ਕਾਫੀ ਸਾਰੇ ਮੈਸੇजेस ਪਹੁੰਚੇ ਹੋਏ ਹੈ, ਇਹਨਾਂ ਕੋਲ ਐਵੀਡੈਂਸਿਸ ਨੇ, ਇਹ ਇਹਨਾਂ ਦਾ ਕਲੇਮ ਹੈ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਿਟੀ ਦੇ ਕਿਸੇ ਨਾ ਕਿਸੇ ਓਫੀਸ਼ੀਅਲ ਨੂੰ, ਸਪੋਕਸਪਰਸਨ ਨੂੰ, ਜਾਂ ਜਿਹੜੇ ਲੋਕਾਂ ਤੇ ਵੀ ਦੋਸ਼ ਲੱਗ ਰਹੇ ਉਹਨਾਂ ਨੂੰ ਵੀ ਪੁੱਛਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਇਸ ਮਾਮਲੇ ਦੇ ਉੱਤੇ, ਤਾਂ ਕਿ ਇਹ ਮਰਿਆਦਾ ਹੈ ਮੀਡੀਆ ਦੀ ਕਿ ਦੋਨਾਂ ਧਿਰਾਂ ਨੂੰ ਮੌਕਾ ਦਿੱਤਾ ਜਾਵੇ। ਪਰ ਤੁਹਾਨੂੰ ਅਸੀਂ ਇੱਕ ਗੱਲ ਜ਼ਰੂਰ ਲਾਸਟ 'ਚ ਕਵਾਂਗੇ ਕਿ ਤੁਸੀਂ ਟਰੱਕ ਚਲਾਉਂਦੇ ਹੋ, ਟੈਕਸੀ ਚਲਾਉਂਦੇ ਹੋ, ਫੈਕਟਰੀ 'ਚ ਕੰਮ ਕਰਦੇ ਹੋ, ਚਾਹੇ ਕੋਈ ਬਿਜ਼ਨਸ ਕਰਦੇ ਹੋ, ਸਿਟੀ ਦੇ ਵਿੱਚ ਕਰਦੇ ਹੋ, ਬਾਹਰ ਕਰਦੇ ਹੋ, ਰਹਿੰਦੇ ਬਰੈਂਪਟਨ ਦੇ ਵਿੱਚ ਹੋ, ਤੁਹਾਡਾ ਇਹ ਹੱਕ ਹੈ ਇਹ ਸਭ ਕੁਝ ਜਾਣਨਾ। ਤੁਸੀਂ ਬੜੀ ਮਿਹਨਤ ਨਾਲ ਟੈਕਸ ਭਰਦੇ ਹੋ ਔਰ ਇਹਨਾਂ ਲੋਕਾਂ ਨੂੰ ਤਨਖਾਹਾਂ ਤੁਸੀਂ ਦਿੰਦੇ ਹੋ। ਦੇ ਆਰ ਯੂਅਰ ਸਰਵੈਂਟ, ਤੁਹਾਡੇ ਮਾਲਕ ਨਹੀਂ ਹੈਗੇ ਉਹ ਤੁਹਾਡੇ ਸਰਵੈਂਟ ਨੇ, ਤੇ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਹੀ ਟਰੀਟ ਕਰੋ। ਤੁਹਾਨੂੰ ਆਪਣੀ ਅਥਾਰਟੀ ਦਾ, ਆਪਣੇ ਰਾਈਟ ਦਾ ਪਤਾ ਹੋਣਾ ਚਾਹੀਦਾ ਹੈ। ਔਰ ਇਹਨਾਂ ਨੇ ਵਿਸਲ ਵਜਾ ਦਿੱਤੀ ਹੈ ਨਿੱਕੀ ਹੋਰਾਂ ਨੇ, ਲੇਕਿਨ ਹੁਣ ਦੇਖਣਾ ਹੋਏਗਾ ਕਿ ਕਮਿਊਨਿਟੀ ਕਿੰਨਾ ਕੁ ਇਹਨਾਂ ਦਾ ਸਾਥ ਦਿੰਦੀ ਹੈ ਔਰ ਕੌਂਸਲ ਕਿੰਨਾ ਕਿਸ ਦੀ ਸਾਰੇ ਮਾਮਲੇ ਦੀ ਪੜਤਾਲ ਕਰਦੀ ਹੈ ਔਰ ਸਫਾਈ ਕਰਦੀ ਹੈ।